RSS ने भी कहा कि वो 8 ਸਤੰਬਰ ਨੂੰ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ। ਜੇ ਤੁਸੀਂ ਐਡੇ ਕਿਸਾਨ ਹਤੈਸ਼ੀ ਸੀ ਜੀ ਜਦੋਂ 5 ਜੂਨ ਨੂੰ ਇਹ ਆਰਡੀਨੈਂਸ ਆਏ ਸੀ ਤਾਂ ਉਸ ਵੇਲੇ ਤੁਸੀਂ ਵਿਰੋਧ ਕਿਉਂ ਨਾ ਕੀਤਾ? ਇਹ ਜਿਹੜੀ ਹੁਕਮਰਾਨ ਪਾਰਟੀ ਹੈ ਤੇ ਜਿਹਦਾ ਧੁਰਾ ਨਾਗਪੁਰ ਤੋਂ RSS ਕੋਲੋਂ ਹਿਲਦਾ ਹੈ ਜੀ ਕਿਤੇ ਇਹ ਤਾਂ ਨਹੀਂ ਹੈ ਕਿ ਇਹਨਾਂ ਦੀ ਘੁਸਪੈਠ ਕਰਾ ਕੇ ਇਹ ਕਿਸਾਨੀ ਅੰਦੋਲਨ ਨੂੰ ਫੇਲ ਕੀਤਾ ਜਾਵੇ। ਇਸ ਭਾਰਤੀ ਕਿਸਾਨ ਸੰਘ ਨੂੰ ਸਪਸ਼ਟ ਕਰਨਾ ਚਾਹੀਦਾ ਕਿ 9 ਮਹੀਨਿਆਂ ਤੋਂ ਤੁਸੀਂ ਚੁੱਪ ਕਿਉਂ ਰਹੇ? ਜੀ ਜਦੋਂ ਇਹ ਆਰਡੀਨੈਂਸ ਆਏ ਉਦੋਂ ਨਹੀਂ ਤੁਸੀਂ ਪੜ੍ਹ ਸਕੇ ਕਿ ਇਹ ਆਰਡੀਨੈਂਸ ਜਿਹੜੇ ਨੇ ਉਹ ਕਿਸਾਨ ਵਿਰੋਧੀ ਨੇ, ਉਦੋਂ ਤੁਸੀਂ ਕੁਝ ਕੀਤਾ ਨਹੀਂ। ਸੋ ਜਿਹੜਾ ਇਹ ਭਾਰਤੀ ਕਿਸਾਨ ਸੰਘ ਹੈ ਇਹਦਾ ਅਗਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਕਿਤੇ ਘੁਸਪੈਠ ਦੀ ਤਿਆਰੀ ਤਾਂ ਨਹੀਂ ਤੇ ਜਾਂ ਸੱਚੇ ਰੂਪ ਦੇ ਵਿੱਚ ਇਹ ਕੋਈ ਯਤਨ ਕਰਦੇ ਨੇ। ਹੁਣ ਤੱਕ ਉਹ ਫੇਲ ਹੋ ਗਏ ਨੇ ਜੀ ਉਹਨਾਂ ਨੇ ਜਿਹੜਾ ਲਾਠੀ ਚਾਰਜ ਕਰਾਇਆ ਕਰਨਾਲ ਦੇ ਵਿੱਚ ਇਹਦੇ 'ਚ ਵੀ ਫੇਲ ਹੋ ਗਏ। ਉਹਨਾਂ ਨੇ ਸਾਰਾ ਕੁਝ ਹੀ ਗਲਤ ਕਰਕੇ ਕੀਤਾ। ਜਿੰਨੀਆਂ ਚਾਲਾਂ ਅੱਜ ਤੱਕ ਚੱਲੀਆਂ ਭਾਵੇਂ SYL ਤੇ ਪਾੜਨ ਦਾ ਯਤਨ ਕੀਤਾ ਜਾਂ ਹੋਰ ਕੀਤਾ। ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਇਹ ਕਾਰਪੋਰੇਟ ਘਰਾਣਿਆਂ ਤੇ ਛੋਟੇ ਕਿਸਾਨਾਂ ਦੇ ਲਈ ਲਾਭਦਾਇਕ ਹੋਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੀ ਖੁੱਲੀ ਮੰਡੀ ਆ ਉਹ ਪੂਰੇ ਦੇਸ਼ ਦੇ ਵਿੱਚ ਹੋਵੇਗੀ ਤੇ ਆਮ ਲੋਕਾਂ ਨੂੰ ਵੀ ਇਹਦਾ ਲਾਭ ਹੋਵੇਗਾ। 11 ਮੀਟਿੰਗਾਂ ਕਿਸਾਨ ਜਥੇਬੰਦੀਆਂ ਦੇ ਨਾਲ ਹੋਈਆਂ। ਇਹ ਜਿਹੜੀ ਮਹਾਰਨੀ ਪਹਿਲੇ ਦਿਨ ਤੋਂ ਪੜ੍ਹ ਰਿਹਾ ਉਹੀ ਮਹਾਰਨੀ ਥੋੜਾ ਜਿਹਾ ਬਦਲ ਕੇ ਫੇਰ ਪੜ੍ਹ ਦਿੰਦਾ ਹੈਗਾ। ਨਰਿੰਦਰ ਤੋਮਰ ਪਹਿਲਾਂ MP ਦੇ ਵਿੱਚ ਜਾ ਕੇ ਆਪਣੇ ਹਲਕੇ 'ਚ ਸਮਝਾਇਆ, ਉੱਥੇ ਇਹ ਇੱਕ ਦਿਨ ਗਿਆ ਸੀ ਤੇ ਕਿਸਾਨਾਂ ਨੇ ਇਹਦਾ ਕਿਵੇਂ ਡਟ ਕੇ ਵਿਰੋਧ ਕੀਤਾ ਸੀ। ਇਹ ਨਰਿੰਦਰ ਤੋਮਰ ਤੇ ਉਹਦਾ ਪ੍ਰਧਾਨ ਮੰਤਰੀ ਇਹਦਾ ਦੱਸ ਦੇਣ ਕਿ ਖੇਤੀ ਵਿਸ਼ਾ ਕਿਹਦਾ ਹੈ, ਸੰਵਿਧਾਨ ਦੇ ਮੁਤਾਬਕ ਕਿਹਦਾ ਵਿਸ਼ਾ ਹੈ। ਜਿਹੜੀ ਇਹ ਭਾਰਤੀ ਜਨਤਾ ਪਾਰਟੀ ਆ ਇਹਦਾ ਤਾਂ ਅਸੀਂ ਕਿਸੇ ਕੀਮਤ ਤੇ ਮਤਲਬ ਕਿਤੇ ਖੰਘਣ ਜੀ। ਜਿਹੜੀਆਂ ਦੂਜੀ ਪਾਰਟੀਆਂ ਨੇ ਹੈ ਉਹ ਵੀ ਉਵੇਂ ਜਿਵੇਂ ਨਾਲ ਮਿਲੀਆਂ ਵੀਆਂ ਨੇ ਜੀ ਪਰ ਉਹਨਾਂ ਦਾ ਭਾਰਤ ਦੀ ਤਰਜ਼ ਤੇ ਵਿਰੋਧ ਨਹੀਂ ਕਰਦਾ। ਇੱਕ ਪਾਸੇ ਕਿਸਾਨ ਆਪ ਦੇ ਅਗਲੀ ਲੜਾਈ ਲੜ ਰਿਹਾ ਹੈ, ਇਹਨਾਂ ਨੇ ਕਿਸਾਨਾਂ ਨੂੰ ਵੀ ਵੰਡਣ ਦਾ ਯਤਨ ਕਰਤਾ ਕਿ ਆ ਅਕਾਲੀ ਹੈ, ਆ ਕਾਂਗਰਸੀ ਹੈ, ਆ ਫਲਾਨਾ ਹੈ, ਆ ਢਿਮਕਾ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀਗਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਉਹਦਾ ਬਾਈਕਾਟ ਕੀਤਾ। ਵਿਰੋਧੀ ਪਾਰਟੀ ਦਾ ਕਹਿਣਾ ਕਿ ਜਿਹੜਾ ਸੈਸ਼ਨ ਦਾ ਸਮਾਂ ਉਹ ਵਧਾਇਆ ਜਾਵੇ। ਦੇਖੋ 6 ਮਹੀਨੇ ਦੇ ਵਿੱਚ ਇੱਕ ਤਕਨੀਕੀ ਗੱਲ ਹੈਗੀ ਹੈ ਜੀ ਕਿ ਇਹ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ। ਜੀ ਮੌਜੂਦਾ ਸਰਕਾਰ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇਹ ਸੈਸ਼ਨ ਜਿਹੜਾ ਬੁਲਾਇਆ। ਹਾਲਾਂਕਿ ਗੁਰੂ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਨਵੰਬਰ ਦੇ ਵਿੱਚ ਹੁੰਦਾ ਹੈ। ਜੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਇਹ ਸਾਰਾ ਜਿਹੜਾ ਅਸੀਂ ਵੱਡੀ ਪੱਧਰ ਤੇ ਮਨਾ ਰਹੇ ਹਾਂ। ਅੱਜ ਇਸ ਸੈਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਾਜਪਾਲ ਸਾਹਿਬ ਜਿਹੜੇ ਨਵੇਂ ਆਏ ਨੇ ਬਨਵਾਰੀ ਲਾਲ ਜੀ ਪੁਰੋਹਿਤ ਜੀ, ਸਾਬਕਾ ਮੁੱਖ ਜੱਜ ਸਰਵਉੱਚ ਅਦਾਲਤ ਸੁਪਰੀਮ ਕੋਰਟ ਜਸਟਿਸ GS ਖੇਰ ਜੀ, ਇਸ ਤੋਂ ਇਲਾਵਾ ਚਲੋ ਮੁੱਖ ਮੰਤਰੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਇਹਨਾਂ ਨੇ ਤਾਂ ਉੱਥੇ ਹੋਣਾ ਹੀ ਸੀ। ਜੀ ਇਹਨਾਂ ਨੇ ਸੱਦਾ ਦਿੱਤਾ ਸੀਗਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ। ਜੀ ਇਹਨਾਂ ਨੇ ਸੱਦਾ ਦਿੱਤਾ ਸੀ ਦੇਸ਼ ਦੇ ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ ਨੂੰ। ਨਾਇਡੂ ਸਾਹਿਬ ਆਏ ਤਾਂ ਨਹੀਂ ਪਰ ਉਹਨਾਂ ਨੇ ਆਪਣਾ ਸੰਦੇਸ਼ ਗੁਰੂ ਸਾਹਿਬ ਦੀ ਜੀਵਨੀ ਦੇ ਫਲਸਫੇ ਦੇ ਉੱਤੇ ਜ਼ਰੂਰ ਭੇਜਿਆ। ਜੀ ਅੱਜ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੀ ਸਪੀਕਰ ਰਾਣਾ KP ਸਿੰਘ, ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਜਸਟਿਸ ਖੇਰ, ਇਹਨਾਂ ਸਾਰਿਆਂ ਨੇ ਬਹੁਤ ਵਿਸਥਾਰ ਦੇ ਵਿੱਚ ਗੁਰੂ ਸਾਹਿਬ ਦੀਆਂ ਕੁਰਬਾਨੀਆਂ, ਜੀ ਗੁਰੂ ਸਾਹਿਬ ਦਾ ਮਨੁੱਖਤਾ ਦੇ ਨਾਲ ਪਿਆਰ, ਉਸ ਵੇਲੇ ਦੀ ਹਕੂਮਤ ਜਿਨ੍ਹਾਂ ਦਾ ਜ਼ੁਲਮ ਨਾ ਸਹਿੰਦਿਆਂ ਉਹਨਾਂ ਨੇ ਲੁਕਾਈ ਲਈ
ਕੁਰਬਾਨੀ ਜੋ ਗੁਰੂ ਸਾਹਿਬ ਨੇ ਦਿੱਤੀ ਉਹਦੀ ਯਾਦ ਕੀਤਾ ਗਿਆ ਕਿ ਜਿਸ ਵੇਲੇ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਨੇ ਉਸ ਵੇਲੇ ਦੇ ਹਕੂਮਤ ਜਿਹੜਾ ਹੁਕਮਰਾਨ ਸੀ ਜੀ ਅੱਜ ਵੀ ਸਾਡੇ ਉਸ ਤਰ੍ਹਾਂ ਦੀਆਂ ਰੂਹਾਂ ਕਈ ਥਾਵਾਂ ਤੇ ਪੁੱਜੀਆਂ ਹੋਈਆਂ ਨੇ ਜਿਹਦੇ ਕਰਕੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਰੁਲਦੇ ਪਏ ਨੇ। ਜੀ ਉਸ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਕਿ ਉਹ ਜਨੇਊ ਉਤਾਰ ਕੇ ਇਹਨਾਂ ਨੂੰ ਮੁਸਲਮਾਨ ਹਿੰਦੂ ਨੂੰ ਤਬਦੀਲ ਕਰੇਗਾ। ਜੀ ਉਸ ਵੇਲੇ ਜਦੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਦੇ ਕੋਲ ਆਏ ਤਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੂੰ ਉਸ ਵੇਲੇ ਬਾਲ ਗੋਬਿੰਦ ਰਾਏ ਕਿਹਾ ਕਰਦੇ ਸਨ, ਉਹਨਾਂ ਦੀ ਉਮਰ ਇਤਿਹਾਸ ਮੁਤਾਬਕ 7 ਸਾਲ ਦੀ ਦੱਸੀ ਜਾਂਦੀ ਸੀ। ਜੀ ਤਾਂ ਉਹਨਾਂ ਨੇ ਆ ਕੇ ਆਖਿਆ ਕਿ ਇਹ ਲਗਾਤਾਰ ਔਰੰਗਜ਼ੇਬ ਜ਼ੁਲਮ ਕਰ ਰਿਹਾ ਹੈ, ਲੋਕਾਂ ਦਾ ਧਰਮ ਪਰਿਵਰਤਨ ਕਰ ਰਿਹਾ ਹੈ, ਜੀ ਇਹਦਾ ਰੋਕਿਆ ਜਾਣਾ ਚਾਹੀਦਾ। ਤਾਂ ਕਸ਼ਮੀਰੀ ਪੰਡਤ ਜਿਹੜੇ ਸੀਗੇ ਉਹ ਬਹੁਤ ਉਦਾਸੀ ਦੇ ਵਿੱਚ ਆਏ ਸਨ। ਜੀ ਬਾਲ ਗੋਬਿੰਦ ਰਾਏ ਉੱਥੇ ਖੇਡ ਰਹੇ ਸਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਕਿ ਅੱਜ ਇੱਕ ਬਹੁਤ ਵੱਡੀ ਕੁਰਬਾਨੀ ਦੀ ਲੋੜ ਹੈ ਤਾਂ ਜੀ ਲੋਕਾਈ ਨੂੰ ਬਚਾਇਆ ਜਾ ਸਕਦਾ ਹੈਗਾ ਤੇ ਇਹਨਾਂ ਦਾ ਜਿਹੜਾ ਧਰਮ ਪਰਿਵਰਤਨ ਦਾ ਠੱਲ ਪੈ ਸਕਦਾ ਹੈ। ਜੀ ਤਾਂ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ, ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਪੈਗੰਬਰ ਹੋ ਸਕਦਾ, ਜਿਹੜਾ ਕੋਈ ਹੈ ਨਹੀਂ ਤੁਹਾਡੇ ਤੋਂ ਵੱਡਾ। ਜੀ ਤਾਂ ਗੁਰੂ ਸਾਹਿਬ ਨੇ ਉਹਨਾਂ ਕਸ਼ਮੀਰੀ ਪੰਡਤਾਂ ਦੇ ਥਰੂ ਉਸ ਵੇਲੇ ਦੇ ਹੁਕਮਰਾਨ ਔਰੰਗਜ਼ੇਬ ਕੋਲੇ ਸੁਨੇਹਾ ਭੇਜਿਆ ਜੀ ਕਿ ਤੁਸੀਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ, ਜੀ ਗੁਰੂ ਤੇਗ ਬਹਾਦਰ, ਜੀ ਉਹਨਾਂ ਨੂੰ ਮੁਸਲਮਾਨ ਤਬਦੀਲ ਕਰ ਲਵੋ, ਜੀ ਅਸੀਂ ਸਾਰੇ ਤੁਹਾਡੇ ਨਾਲ ਜੀ ਮੁਸਲਮਾਨ ਬਣ ਜਾਵਾਂਗੇ ਬਿਨਾਂ ਕਿਸੇ ਕਾਰਨ ਦੇ। ਜੀ ਤਾਂ ਗੁਰੂ ਸਾਹਿਬ ਦੇ ਕੋਲ ਬੜੇ ਲਾਲਚ ਤੇ ਬੜਾ ਕੁਝ ਦਿੱਤਾ ਗਿਆ। ਉਹਨਾਂ ਨੇ ਮਨੁੱਖਤਾ ਨੂੰ ਅਪਣਾਇਆ, ਮਨੁੱਖਤਾ ਦੀ ਰਾਖੀ ਕੀਤੀ। ਜੀ ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ, ਜੀ। ਉਹ ਐਵੇਂ ਤਾਂ ਨਹੀਂ ਕਿਹਾ ਗਿਆ। ਜੀ ਸੋ ਗੁਰੂ ਸਾਹਿਬ ਨੇ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਧਰਮ ਤਬਦੀਲ ਕਰ ਲਓ। ਜੀ ਉਹਨਾਂ ਨੇ ਨਹੀਂ ਮੰਨਿਆ, ਉਲਟਾ ਕੁਰਬਾਨੀ ਦੇਣ ਦੀ ਗੱਲ ਕੀਤੀ। ਉਹਨਾਂ ਦੇ ਨਾਲ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਜੀ ਕਈ ਹੋਰਾਂ ਨੂੰ ਵੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ, ਜੀ ਜਿੱਥੇ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ। ਜੀ ਭੰਗੂ ਜੀ ਕਈ ਵਾਰ ਕਹਿਣ ਨੂੰ ਬੜਾ ਮਤਲਬ ਦਿਲ ਭਰਿਆ ਹੁੰਦਾ ਹੈ ਜੀ ਕਿ ਜਿਹਦਾ ਇਤਿਹਾਸ ਇੰਨੀਆਂ ਕੁਰਬਾਨੀਆਂ ਭਰਿਆ ਹੋਵੇ, ਜੀ ਉਹਦੇ ਵਾਰਸਾਂ ਨੇ ਇਹਨੂੰ ਸਾਂਭਿਆ ਨਹੀਂ, ਜੀ ਉਸ ਪਾਸੇ ਵੱਲ ਤੁਰੇ ਨਹੀਂ, ਗੁਰੂ ਦੀ ਸੋਚ ਤਾਂ ਕਿਤੇ ਨਜ਼ਰੇ ਨਹੀਂ ਆਉਂਦੀ। ਜੀ ਜਿਹੜੇ ਲੋਕ ਅੱਜ ਇਹਦੇ ਲਾਣੇਦਾਰ ਬਣੇ ਫਿਰਦੇ ਨੇ, ਉਹਨਾਂ ਦਾ ਗੋਲਕਾਂ ਵੱਲ ਮੂੰਹ ਹੈ ਜੀ ਤੇ ਗੁਰੂ ਦੀਆਂ ਸਿੱਖਿਆਵਾਂ ਵੱਲ ਪਿੱਠ ਹੈ। ਗੁਰੂ ਤਾਂ ਗਿਆ ਸੀ ਜਾ ਕੇ ਮਜਲੂਮਾਂ ਦੇ ਉਹਨਾਂ ਦੀ ਰਾਖੀ ਕਰਕੇ ਉਹਨਾਂ ਨੂੰ ਬਚਾਇਆ, ਜੀ। ਨਹੀਂ ਤਾਂ ਔਰੰਗਜ਼ੇਬ ਹੋ ਸਕਦਾ ਜਿਵੇਂ ਅੱਜ ਵਾਲੇ ਭਗਵਾਂ ਕਰਨ ਲੱਗੇ ਵੇ ਨੇ ਜੀ ਕਿ ਘੱਟ ਗਿਣਤੀਆਂ ਨੂੰ ਨਿਸ਼ਾਨੇ ਬਣਾ ਕੇ ਜੀ ਵੱਧ ਗਿਣਤੀਆਂ ਦੇ ਪਾਸੇ ਤੋਰ ਰਹੇ ਨੇ, ਉਸ ਵੇਲੇ ਵੀ ਇਹੋ ਕੁਝ ਵਾਪਰਿਆ ਸੀ। ਜੀ ਤਾਂ ਅੱਜ ਦੀ ਸਥਿਤੀ ਤੇ ਉਹਦੀ ਸਥਿਤੀ 'ਚ ਕੋਈ ਬਹੁਤਾ ਅੰਤਰ ਨਹੀਂ, ਪਰ ਗੁਰੂ ਸਾਹਿਬ ਨੇ ਕਿਸੇ ਵੀ ਲਾਲਚ ਨੂੰ ਛੱਡ ਕੇ ਕੁਰਬਾਨੀ ਦੇਣ ਨੂੰ ਤਰਜੀਹ ਦਿੱਤੀ। ਜੀ। ਸੋ ਇਹ ਸੈਸ਼ਨ ਉਹਨਾਂ ਦੇ ਨਾਤੇ ਸੀ। ਹੁਣ ਵਿਰੋਧੀ ਧਿਰ ਵਾਲੇ ਇਸ ਗੱਲ ਦੇ ਵਿੱਚ ਇਲਜ਼ਾਮ ਲਾਉਂਦੇ ਨੇ ਜੀ ਕਿ ਇਹ ਜਾਣ-ਬੁੱਝ ਕੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਇੱਕ ਖਾਨਾ ਪੂਰਤੀ ਕੀਤੀ ਹੈ ਇਹ ਸੈਸ਼ਨ ਤੇ। ਭਾਵੇਂ ਇਹ ਸੈਸ਼ਨ ਲਈ ਸਾਰਿਆਂ ਨੇ ਇਕਜੁੱਟਤਾ ਕੀਤੀ। ਉਹ ਕਹਿੰਦੇ ਆ ਕਿ ਜਦੋਂ ਗੁਰੂ ਦੀ ਗੱਲ ਹੈ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਇਹ ਇਲਜ਼ਾਮ ਲਾਉਂਦੇ ਨੇ ਕਿ ਵਿਪ ਜਾਰੀ ਕਰਨ ਦੀ ਕੀ ਲੋੜ ਪੈਗੀ ਸੀ। ਵਿਪ ਤਾਂ ਆਪ ਨੇ ਵੀ ਜਾਰੀ ਕੀਤਾ ਹੈਗਾ ਵੀ ਜਦੋਂ ਗੁਰੂ ਸਾਹਿਬ ਦੇ ਨਾਂ ਤੇ ਸੈਸ਼ਨ ਹੈ ਤਾਂ ਮੇਰਾ ਤਾਂ ਨਹੀਂ ਖਿਆਲ ਕੋਈ ਜਿਹੜਾ ਵਿਧਾਇਕ ਆ ਉਹ ਪਾਸੇ ਰਹੇਗਾ। ਦੂਜੀ ਗੱਲ, ਅੱਜ ਦੇ ਸੈਸ਼ਨ ਦੇ ਵਿੱਚ ਬਹੁਤ ਗਿਣਤੀ ਲੋਕ ਇਹ ਕਹਿੰਦੇ ਸੀ ਕਿ ਸੈਸ਼ਨ ਵਧਾਇਆ ਜਾਵੇ। ਜੀ ਦਬਵੀਂ ਆਵਾਜ਼ ਦੇ ਵਿੱਚ ਇਹ ਗੱਲ ਉੱਭਰ ਕੇ ਆਈ ਹੈ ਕਿ ਅਗਲੇ ਦਿਨਾਂ ਦੇ ਵਿੱਚ ਸੈਸ਼ਨ ਫੇਰ ਬੁਲਾ ਲਿਆ ਜਾਵੇਗਾ। ਜੀ ਹੁਣ ਕਿਸੇ ਮੁਹੂਰਤ ਦੀ ਘਾਟ ਸੀ, ਜੀ ਇਹ ਸੈਸ਼ਨ ਕਿਉਂ ਨਹੀਂ ਬੁਲਾਇਆ ਜਾ ਰਿਹਾ ਹੈ? ਜੀ ਭੰਗੂ ਸਾਹਿਬ ਇਹਨਾਂ ਰਾਜਸੀ ਲੋਕਾਂ ਦਾ, ਇਹਨਾਂ ਸੈਸ਼ਨਾਂ ਦਾ, ਵਿਧਾਨ ਸਭਾਵਾਂ ਦਾ ਤੇ ਹੋਰ ਚੀਜ਼ਾਂ ਦਾ ਬਿਲਕੁਲ ਬੇੜਾ ਗਰਕ ਕਰ ਦਿੱਤਾ। ਇਹਨਾਂ ਨੇ ਬਹੁਤ ਗਲਤ ਗੱਲਾਂ ਕੀਤੀਆਂ ਨੇ ਜਿਹਦੇ ਕਰਕੇ ਇਹ ਲਗਾਤਾਰ ਜਿਹੜਾ ਹੈਗਾ ਸਾਨੂੰ
ਕੋਈ ਸਮਾਂ ਹੁੰਦਾ ਸੀ ਜਦੋਂ ਇਹਨਾਂ ਵਿਧਾਨ ਸਭਾ ਹੋਵੇ, ਲੋਕ ਸਭਾ ਹੋਵੇ, ਰਾਜ ਸਭਾ ਹੋਵੇ ਜਾਂ ਕੋਈ ਹੋਰ ਹੈ, ਜਿਹਦੇ ਵਿੱਚ ਬਹੁਤ ਚੰਗੀਆਂ ਸੰਵਾਦ ਤਕਰੀਰਾਂ ਦੇਖਣ ਨੂੰ ਮਿਲ ਲੈਂਦੀਆਂ ਸੀ, ਮੁੱਦਿਆਂ ਦੀ ਗੱਲ ਹੁੰਦੀ ਸੀ। ਜੀ ਮੁੱਦੇ ਤਾਂ ਅੱਜ ਕੱਲ੍ਹ ਮਨਫੀ ਹੋ ਗਏ ਨੇ, ਜੀ ਇਲਜ਼ਾਮਬਾਜ਼ੀਆਂ ਇੱਕ ਦੂਜੇ ਤੇ ਭਾਰੂ ਹੋ ਗਈਆਂ ਨੇ, ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਸੈਸ਼ਨ ਤੋਂ ਪਤਾ ਨਹੀਂ ਕਿਉਂ ਸਰਕਾਰਾਂ ਭੱਜ ਰਹੀਆਂ ਨੇ, ਕਾਰਨ ਕਿ ਚੋਣਾਂ ਵੇਲੇ ਜਿਹੜੇ ਗਲਤ ਤੇ ਲੋਕ ਲਵਾਊ ਇਹ ਵਾਅਦੇ ਲੋਕਾਂ ਨਾਲ ਕਰਦੇ ਨੇ, ਜਦੋਂ ਫਿਰ ਉਹਨਾਂ ਦਾ ਪਟਾਰਾ ਲੋਕ ਸਭਾ, ਵਿਧਾਨ ਸਭਾ, ਰਾਜ ਸਭਾ ਦੇ ਵਿੱਚ ਖੁੱਲ੍ਹਦਾ ਹੈ, ਉੱਥੇ ਜਵਾਬਦੇਹ ਨਹੀਂ ਹੁੰਦੇ, ਜਿਹਦੇ ਕਰਕੇ ਇਹਨਾਂ ਨੇ ਇਹ ਸੈਸ਼ਨ ਸੁੰਗਾੜ ਕੇ ਘੰਟਿਆਂ ਤੱਕ ਸੀਮਿਤ ਕਰ ਲਏ। ਪਹਿਲਾਂ ਇਹ ਸੈਸ਼ਨ ਜਿਹੜੇ ਸੀਗੇ ਬੜੇ ਲੰਬੇ ਚੱਲਦੇ ਸੀ, 10 ਦਿਨ 15 ਦਿਨ ਤੱਕ ਵੀ ਚੱਲਦੇ ਸੀ। ਸੋ ਇਹ ਮੰਦਭਾਗਾ ਹੈ, ਇਹ ਉੱਥੇ ਬਹਿਸ ਹੋਣੀ ਚਾਹੀਦੀ ਹੈ। ਸਰਕਾਰਾਂ ਭੱਜਦੀਆਂ ਇਸ ਕਰਕੇ ਨੇ ਕਿ ਸਰਕਾਰਾਂ ਲੋਕ ਮੁੱਦਿਆਂ ਦੇ ਉੱਤੇ ਪਹਿਰਾ ਨਹੀਂ ਦਿੰਦੀਆਂ, ਜਿਹਦੇ ਕਰਕੇ ਉਹਨਾਂ ਨੂੰ ਮਤਲਬ ਭੱਜਣ ਤੋਂ ਸਿਵਾਏ ਕੁਝ ਨਹੀਂ ਹੈ। ਦੂਜਿਆਂ ਦਾ ਟਾਕਰਾ ਹੀ ਨਹੀਂ ਕਰ ਸਕਦੇ, ਭਾਵੇਂ ਕੋਈ ਸਰਕਾਰ ਹੈ। ਜਦੋਂ ਅਕਾਲੀ ਸਰਕਾਰ ਸੀ, ਆਹੀ ਕਾਂਗਰਸ ਸੀ, ਉਦੋਂ ਅੰਦਰ ਸੈਸ਼ਨ ਚਲਾਉਂਦੇ ਸੀ, ਅਕਾਲੀਆਂ ਨੂੰ ਬਾਹਰ ਕੱਢ ਕੇ। ਅੱਜ ਜੇ ਇਹਨਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਸੈਸ਼ਨ ਵਧਾਓ, ਇਹ ਭੱਜਣ ਵਾਲੀ ਗੱਲ ਕਰਦੇ ਨੇ। ਦੋਨਾਂ ਦਾ ਕੋਈ ਉਹ ਨਹੀਂ ਆਪਸ ਵਿੱਚ ਦੀ। ਇਹ ਸਾਰੀਆਂ ਰਾਜਸੀ ਪਾਰਟੀਆਂ ਵਿਧਾਨ ਸਭਾ 'ਚ ਖੜ ਕੇ ਕੋਈ ਗੱਲ ਅੰਕੜਾ ਆਧਾਰਿਤ ਕਰਨ ਨੂੰ ਤਿਆਰ ਹੀ ਨਹੀਂ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕਿਸਾਨੀ ਅੰਦੋਲਨ ਦੀ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਲਗਾਤਾਰ ਦਿੱਲੀਆਂ ਬਰੂਹਾਂ 'ਤੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਬੀਜੇਪੀ ਦਾ ਵਿਰੋਧ ਹੋ ਰਿਹਾ, ਜਿਸ ਤੇ ਚੱਲਦੇ ਹੁਣ ਆਰਐਸਐਸ ਨੇ ਵੀ ਕਿਹਾ ਕਿ ਉਹ 8 ਸਤੰਬਰ ਨੂੰ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ। ਜੀ ਆਰਐਸਐਸ ਨੇ ਨਹੀਂ ਕਿਹਾ, ਆਰਐਸਐਸ ਦੀ ਇੱਕ ਕਿਸਾਨ ਵਿੰਗ ਹੈ ਜੀ, ਜਿਹਦਾ ਨਾਮ ਆ ਭਾਰਤੀ ਕਿਸਾਨ ਸੰਘ ਜੀ। ਉਹ ਆਰਐਸਐਸ ਦਾ ਇੱਕ ਵਿੰਗ ਹੈ। ਉਹਨਾਂ ਨੇ ਇਹ ਐਲਾਨ ਕੀਤਾ ਕਿ 8 ਸਤੰਬਰ ਨੂੰ ਦੇਸ਼ ਭਰ ਦੇ ਵਿੱਚ ਅੰਦੋਲਨ ਵੀ ਕਰਾਂਗੇ। ਤੇ ਇਹ ਇੰਨੇ ਚਿਰ ਬਾਅਦ 9 ਮਹੀਨਿਆਂ ਬਾਅਦ ਕਿਉਂ ਚੇਤਾ ਆਇਆ ਹੈਗਾ ਜੀ? ਜੇ ਤੁਸੀਂ ਐਡੇ ਕਿਸਾਨ ਹਤੈਸ਼ੀ ਸੀ, ਜਦੋਂ 5 ਜੂਨ ਨੂੰ ਇਹ ਆਰਡੀਨੈਂਸ ਆਏ ਸੀ, ਤਾਂ ਉਸ ਵੇਲੇ ਤੁਸੀਂ ਵਿਰੋਧ ਕਿਉਂ ਨਾ ਕੀਤਾ ਜੀ? ਜਿਨ੍ਹਾਂ ਨੇ ਉਸ ਵੇਲੇ ਸਾਥ ਦਿੱਤਾ, ਅੱਜ ਉਹ ਵੀ ਇੱਕ ਵਿਰੋਧਤਾ ਦੀ ਡਰਾਮੇਬਾਜ਼ੀ ਕਰ ਰਹੇ ਨੇ। ਕਈ ਰਾਜਸੀ ਪਾਰਟੀਆਂ ਦੇ ਨਾਂ ਆਉਂਦੇ ਨੇ। ਸੋ ਜਿਹੜਾ ਇਹ ਸੱਦਾ ਦਿੱਤਾ ਜਾ ਰਿਹਾ ਹੈ, ਇਹ ਕਿਸਾਨਾਂ ਦੇ ਨਾਲ ਮੇਰਾ ਖਿਆਲ ਨਹੀਂ ਕੋਈ ਗੱਲਬਾਤ ਕੀਤੀ ਗਈ। ਇਹ ਜਿਹੜੀ ਹੁਕਮਰਾਨ ਪਾਰਟੀ ਹੈ ਤੇ ਜਿਹਦਾ ਧੁਰਾ ਨਾਗਪੁਰ ਤੋਂ ਆਰਐਸਐਸ ਕੋਲੋਂ ਹਿਲਦਾ ਹੈ, ਕਿਤੇ ਇਹ ਤਾਂ ਨਹੀਂ ਹੈ ਕਿ ਇਹਨਾਂ ਦੀ ਘੁਸਪੈਠ ਕਰਾ ਕੇ ਇਹ ਕਿਸਾਨੀ ਅੰਦੋਲਨ ਨੂੰ ਫੇਲ ਕੀਤਾ ਜਾਵੇ। ਪਹਿਲਾਂ ਇਸ ਭਾਰਤੀ ਕਿਸਾਨ ਸੰਘ ਨੂੰ ਸਪਸ਼ਟ ਕਰਨਾ ਚਾਹੀਦਾ ਕਿ 9 ਮਹੀਨਿਆਂ ਤੋਂ ਤੁਸੀਂ ਚੁੱਪ ਕਿਉਂ ਰਹੇ? ਜਦੋਂ ਇਹ ਆਰਡੀਨੈਂਸ ਆਏ ਉਦੋਂ ਨਹੀਂ ਤੁਸੀਂ ਪੜ੍ਹ ਸਕੇ ਕਿ ਇਹ ਆਰਡੀਨੈਂਸ ਜਿਹੜੇ ਨੇ ਉਹ ਕਿਸਾਨ ਵਿਰੋਧੀ ਨੇ, ਉਦੋਂ ਤੁਸੀਂ ਕੁਝ ਕੀਤਾ ਨਹੀਂ। ਅੱਜ ਜੇ ਤੁਸੀਂ ਆਏ ਹੋ, ਅਜੇ ਤੱਕ ਇਹਨਾਂ ਦਾ ਸਟੈਂਡ ਕੋਈ ਸਪਸ਼ਟੀਕਤਾ ਵਾਲਾ ਸਾਹਮਣੇ ਨਹੀਂ ਆ ਰਿਹਾ। ਉਹ ਪਹਿਲਾਂ ਸਪਸ਼ਟ ਕਰਨ, ਤੇ ਜਦੋਂ ਉਹਨਾਂ ਦੀ ਕਾਰਗੁਜ਼ਾਰੀ ਸਾਹਮਣੇ ਆਏਗੀ, ਉਸ ਵੇਲੇ ਦੇਖਿਆ ਜਾਵੇਗਾ ਕਿ ਕੀ ਵਾਕਈ ਇਹ ਕਿਸਾਨ ਦੇ ਹਤੈਸ਼ੀ ਬਣ ਕੇ ਨਿਕਲਦੇ ਹੈ ਤੇ ਜਾਂ ਕਿਸਾਨੀ ਅੰਦੋਲਨ ਵਿੱਚ ਘੁਸਪੈਠ ਕਰਕੇ, ਜਿਵੇਂ ਜਦੋਂ ਖੜਕੂਬਾਦ ਬੜਾ ਸ਼ਿਖਰ ਤੇ ਸੀ, ਤਾਂ ਉਸ ਵੇਲੇ ਦੀਆਂ ਹਕੂਮਤਾਂ ਨੇ ਕੁਝ ਕੈਟ ਰੂਪੀ ਵਿਅਕਤੀਆਂ ਨੂੰ ਵਿੱਚ ਸ਼ਾਮਲ ਕਰਕੇ ਉਸ ਘੋਲ ਨੂੰ ਢਾਹ ਲਾਉਣ ਦਾ ਜਿਹੜਾ ਸੀ ਯਤਨ ਹੋਇਆ, ਜਿਹਦਾ ਪੰਜਾਬੀਆਂ ਨੂੰ ਨੁਕਸਾਨ ਵੀ ਹੋਇਆ। ਸ਼ੁਕਰ ਕਰੋ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਉੱਥੇ ਬੈਠੀਆਂ ਨੇ, ਨਹੀਂ ਇੰਨੇ ਜਥੇਬੰਦੀਆਂ ਘੱਟ ਬਹਿੰਦੀਆਂ ਹੁੰਦੀਆਂ ਨੇ। ਸੋ ਜਿਹੜਾ ਭਾਰਤੀ ਕਿਸਾਨ ਸੰਘ ਹੈ, ਇਹਦਾ ਅਗਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਕਿਤੇ ਕੋਈ ਘੁਸਪੈਠ ਦੀ ਤਿਆਰੀ ਤਾਂ ਨਹੀਂ, ਤੇ ਜਾਂ ਸੱਚੇ ਰੂਪ ਦੇ ਵਿੱਚ ਇਹ ਕੋਈ ਯਤਨ ਕਰਦੇ ਨੇ। ਇਹ ਜੇ ਇਹਨਾਂ ਨੇ ਕਰਨਾ ਹੈ ਤਾਂ ਕਿਸਾਨਾਂ ਨਾਲ ਬਹਿ ਕੇ ਗੱਲ ਕਰਨ, ਕਿਸਾਨਾਂ ਦੇ ਆਗੂਆਂ ਨਾਲ ਗੱਲ ਕਰਨ, ਰਕੇਸ਼ ਟਕੈਤ ਹੋਰਾਂ ਨਾਲ ਕਰਨ, ਬਲਵੀਰ ਸਿੰਘ ਰਾਜੇਵਾਲ ਨਾਲ ਕਰਨ, ਸੰਯੁਕਤ ਮੋਰਚੇ ਵਾਲਿਆਂ ਨਾਲ, ਜਾਂ ਜੋਗਿੰਦਰ ਸਿੰਘ ਉਗਰਾਹਾਂ, ਜੋਗਿੰਦਰ ਯਾਦਵ, ਇਹ ਜਿਹੜੇ ਆਗੂ ਉੱਥੇ ਬੈਠੇ ਨੇ, ਇਹਨਾਂ ਨਾਲ ਗੱਲ ਕੀਤੀ ਜਾਵੇ। ਫਿਰ ਪਤਾ ਲੱਗੇਗਾ ਕਿ ਇਹ ਅਸਲ ਵਿੱਚ ਕੁਝ ਕਰਨਾ ਚਾਹੁੰਦੇ ਨੇ, ਨਹੀਂ ਤਾਂ ਇਹੀ ਸਮਝਿਆ ਜਾਵੇਗਾ ਕਿ ਇਹ ਇੱਕ ਨਵੀਂ ਸਿੰਗੜੀ ਜਿਹੜੀ ਕੇਂਦਰ ਦੇ ਵਿੱਚ ਹਕੂਮਤ ਕਰ ਰਹੀ ਪਾਰਟੀ ਆ। ਇਹਨਾਂ ਰਾਹੀਂ ਕਿਸਾਨਾਂ ਦੇ ਵਿੱਚ ਹੁਣ ਤੱਕ ਉਹ ਫੇਲ ਹੋ ਗਏ ਨੇ। ਉਹਨਾਂ ਨੇ ਜਿਹੜਾ ਲਾਠੀ ਚਾਰਜ ਕਰਾਇਆ ਕਰਨਾਲ ਦੇ ਵਿੱਚ, ਇਹਦੇ 'ਚ ਵੀ ਫੇਲ ਹੋ ਗਏ। ਉਹਨਾਂ ਨੇ ਸਾਰਾ ਕੁਝ ਹੀ ਗਲਤ ਕਰਕੇ
ਕੀਤਾ, ਜਿੰਨੀਆਂ ਚਾਲਾਂ ਅੱਜ ਤੱਕ ਚੱਲੀਆਂ, ਭਾਵੇਂ SYL ਤੇ ਪਾੜਨ ਦਾ ਯਤਨ ਕੀਤਾ ਜਾਂ ਹੋਰ ਕੀਤਾ, ਇਹ ਸਾਰੇ ਮਾਮਲਿਆਂ ਦੇ ਵਿੱਚੋਂ ਫੇਲ ਹੋਏ ਨੇ ਜੀ। ਤੇ ਕਿਤੇ ਇਹ ਆਉਣ ਵਾਲੇ ਸਮੇਂ 'ਚ ਸਪਸ਼ਟ ਹੋਵੇਗਾ ਤੇ ਕੀ ਇਹਦਾ ਅਸਲ ਮਕਸਦ ਹੈਗਾ। ਹੁਣ 8 ਤਰੀਕ ਨੂੰ ਦੇਖਦੇ ਹਾਂ ਉਹਨਾਂ ਦੇ ਇਸ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਧਰਨੇ ਮੁਜ਼ਾਹਰੇ ਕਰਾਂਗੇ, ਇਹਦਾ ਕੀ ਪ੍ਰਭਾਵ ਪੈਂਦਾ ਹੈ ਜੀ। ਉਧਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਵੀ ਸਾਹਮਣੇ ਆਇਆ। ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਇਹ ਕਾਰਪੋਰੇਟ ਘਰਾਣਿਆਂ ਤੇ ਛੋਟੇ ਕਿਸਾਨਾਂ ਦੇ ਲਈ ਲਾਭਦਾਇਕ ਹੋਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੀ ਖੁੱਲੀ ਮੰਡੀ ਆ ਉਹ ਪੂਰੇ ਦੇਸ਼ ਦੇ ਵਿੱਚ ਹੋਵੇਗੀ ਤੇ ਆਮ ਲੋਕਾਂ ਨੂੰ ਵੀ ਇਹਦਾ ਲਾਭ ਹੋਵੇਗਾ ਜੀ। ਇਹ ਨਰਿੰਦਰ ਤੋਮਰ ਪਹਿਲਾਂ MP ਦੇ ਵਿੱਚ ਜਾ ਕੇ ਆਪਣੇ ਹਲਕੇ 'ਚ ਹੀ ਸਮਝਾਇਆ ਵੀ ਜੀ। ਉੱਥੇ ਇਹ ਇੱਕ ਦਿਨ ਗਿਆ ਸੀ ਜੀ ਤੇ ਕਿਸਾਨਾਂ ਨੇ ਇਹਦਾ ਕਿਵੇਂ ਡਟ ਕੇ ਵਿਰੋਧ ਕੀਤਾ ਸੀ। ਜੀ। ਜਦੋਂ 11 ਮੀਟਿੰਗਾਂ ਕਿਸਾਨ ਜਥੇਬੰਦੀਆਂ ਦੇ ਨਾਲ ਹੋਈਆਂ, ਇਹ ਜਿਹੜੀ ਮੁਹਾਰਨੀ ਪਹਿਲੇ ਦਿਨ ਤੋਂ ਪੜ੍ਹ ਰਿਹਾ ਉਹੀ ਮੁਹਾਰਨੀ ਥੋੜਾ ਜਿਹਾ ਬਦਲ ਕੇ ਫੇਰ ਪੜ੍ਹ ਦਿੰਦਾ ਹੈਗਾ। ਕਦੇ ਕਈ ਬੜੇ ਹੁੰਦੇ ਆ ਆਗੂ ਜਿਹੜੇ ਬਿਆਨਬਾਜ਼ੀ ਦੇ ਵਿੱਚ ਕਦੇ ਪਹਿਲੇ ਵਾਲਾ ਪਹਿਲਾਂ ਪੜ੍ਹ ਲਿਆ, ਕਦੇ ਮਗਰ ਵਾਲਾ ਪਹਿਲਾਂ ਪੜ੍ਹ ਲਿਆ। ਸੋ ਨਰਿੰਦਰ ਤੋਮਰ ਦੇ ਮੂੰਹ ਚੋਂ ਜਿਹੜੀਆਂ ਕੁਝ ਸੱਚੀਆਂ ਗੱਲਾਂ ਕਦੇ ਕਦੇ ਨਿਕਲ ਜਾਂਦੀਆਂ ਨੇ ਜੀ। ਕਿਸਾਨਾਂ ਵਾਲੀ ਤਾਂ ਉਹਨੇ ਐਵੇਂ ਇੱਕ ਵਿਚਲ ਲਾਈ ਹੈ, ਅਸਲ ਦੇ ਵਿੱਚ ਉਹਦੀ ਗੱਲ ਸੱਚੀ ਹੈ ਕਿ ਇਹ ਕਾਨੂੰਨ ਕਾਰਪੋਰੇਟਾਂ ਲਈ ਬਣਾਏ ਨੇ। ਪਹਿਲਾਂ ਇਹ ਨਰਿੰਦਰ ਤੋਮਰ ਤੇ ਉਹਦਾ ਪ੍ਰਧਾਨ ਮੰਤਰੀ ਇਹ ਤਾਂ ਦੱਸ ਦੇਣ ਕਿ ਖੇਤੀ ਵਿਸ਼ਾ ਕਿਹਦਾ ਹੈ, ਸੰਵਿਧਾਨ ਦੇ ਮੁਤਾਬਕ ਕਿਹਦਾ ਵਿਸ਼ਾ ਹੈ। ਖੇਤੀ ਰਾਜਾਂ ਦਾ ਵਿਸ਼ਾ ਹੈ। ਆ ਜਦੋਂ ਕੋਵਿਡ ਦੇ ਮਾਮਲੇ ਦੇ ਵਿੱਚ ਜਿਹਦਾ ਬੱਲੇ ਬੱਲੇ ਕਰਾਉਣੀ ਹੈ ਤਾਂ ਹਮ ਹੈ, ਤੇ ਜਦੋਂ ਉਹਦੇ ਵਿੱਚ ਆਕਸੀਜਨ ਤੇ ਹੋਰਾਂ ਦਾ ਫੇਲਰ ਹੋ ਗਈਆਂ ਤਾਂ ਫਿਰ ਇਹ ਰਾਜਾਂ ਦਾ ਵਿਸ਼ਾ ਹੈ। ਤੇ ਪੁੱਛੇ ਇਹਨੂੰ ਵੀ ਖੇਤੀ ਜਦੋਂ ਰਾਜਾਂ ਦਾ ਵਿਸ਼ਾ ਹੈ, ਤੁਸੀਂ ਉਹਦੇ ਵਿੱਚ ਆ ਕੇ ਕਿਉਂ ਵਿੱਚ ਆਪਦਾ ਆਪ ਦਾ ਜੱਕਾ ਸਿੱਟਿਆ ਹੈਗਾ, ਤੁਸੀਂ ਕਾਹਦੇ ਵਾਸਤੇ ਉਹ ਕਰਦੇ ਹੋ। ਸੋ ਨਰਿੰਦਰ ਤੋਮਰ ਦੇ ਬਿਆਨ ਨੂੰ ਕੋਈ ਬਹੁਤਾ ਗੰਭੀਰਤਾ ਨਾਲ ਲੈਂਦਾ ਨਹੀਂ ਤੇ ਨਾ ਹੀ ਲੈਣਾ ਚਾਹੀਦਾ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮੋਗਾ ਵਿਖੇ ਜਿਹੜਾ ਉਹ ਕਿਸਾਨਾਂ ਦਾ ਵਿਰੋਧ ਹੋਇਆ ਸੀਗਾ, ਲਾਠੀ ਚਾਰਜ ਹੋਇਆ ਸੀਗਾ, ਜਿਸ ਨੂੰ ਲੈ ਕੇ ਰਾਜੇਵਾਲ ਦਾ ਬਿਆਨ ਸਾਹਮਣੇ ਆਇਆ। ਰਾਜੇਵਾਲ ਕਹਿੰਦਾ ਕਿ ਜਿਹੜੀਆਂ ਅਕਾਲੀ ਦਲ ਪਾਰਟੀ ਆ ਉਹ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਜਿਹੜਾ ਉਹ ਧਰਨਾ ਆਪਣਾ ਜਿਹੜੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕਿਸਾਨੀ ਅੰਦੋਲਨ ਨੂੰ ਵੱਡਾ ਨੁਕਸਾਨ ਹੋ ਰਿਹਾ ਜੀ। ਇਹਦਾ ਮੈਂ ਇਸ ਤੋਂ ਵੱਧ ਗੱਲ ਕਰਾਂ ਕਿ ਅੱਜ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਵੀ ਹੈ ਜੀ। ਉਹਨਾਂ ਨੇ ਵੀ ਰਾਜੇਵਾਲ ਸਾਹਿਬ ਦੀ ਤਰਜ਼ ਤੇ ਆਖਿਆ ਕਿ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਆ ਇਹਦਾ ਤਾਂ ਅਸੀਂ ਕਿਸੇ ਕੀਮਤ ਤੇ ਮਤਲਬ ਕਿਤੇ ਖੰਘਣ ਨਹੀਂ ਦੇਣੇ ਜੀ। ਜਿਹੜੀਆਂ ਦੂਜੀ ਪਾਰਟੀਆਂ ਨੇ ਹੈ ਉਹ ਵੀ ਉਵੇਂ ਜਿਵੇਂ ਨਾਲ ਮਿਲੀਆਂ ਵੀਆਂ ਨੇ ਜੀ, ਪਰ ਉਹਨਾਂ ਦਾ ਭਾਰਪਾ ਦੀ ਤਰਜ਼ ਤੇ ਵਿਰੋਧ ਨਹੀਂ ਕਰਨਾ ਜੀ। ਹੁਣ ਜੇ ਸੁਖਵੀਰ ਸਿੰਘ ਇਹ ਕਹੇ ਕਿ ਇਹ ਤਾਂ ਕਾਂਗਰਸ ਤੇ ਆਪ ਦੇ ਏਜੰਟ ਭੇਜੇ ਗਏ ਨੇ ਕਿਸਾਨ ਜੀ, ਕੋਈ ਸ਼ਰਮ ਕਰ ਲਓ ਮਾੜੀ ਮੋਟੀ ਜੀ। ਤੁਸੀਂ ਤਾਂ 1996 ਤੋਂ ਲੈ ਕੇ ਉਸ ਭਾਰਤੀ ਜਨਤਾ ਪਾਰਟੀ ਦੀ ਕੁਛੜ 'ਚ ਹੀ ਰਹੇ ਹੋ ਹੁਣ ਤੱਕ ਜੀ। ਤੁਹਾਡਾ ਜਿਹੜਾ ਤੋੜ ਵਿਛੋੜਾ ਹੈ ਉਹ ਕਿਸੇ ਕਿਸਾਨ ਦੇ ਗੱਲ ਤੋਂ ਥੱਲੇ ਨਹੀਂ ਉੱਠ ਰਿਹਾ। ਆਪਣੇ ਕੋਲੇ ਕਿਸਾਨ ਅੰਦੋਲਨ ਹੋਇਆ ਸੀ, ਉਸ ਕਿਸਾਨਾਂ ਦਾ ਸੈਮੀਨਾਰ ਹੋਇਆ ਸੀਗਾ ਜਿਹੜਾ ਸਟੂਡੈਂਟਾਂ ਨੇ ਕਰਾਇਆ। ਉਹਦੇ ਵਿੱਚ ਬਹੁਤ ਸਾਰੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਜੀ ਅਕਾਲੀਆਂ ਦੇ ਵਿੱਚ ਸ਼ਾਮਲ ਹੋ ਕੇ ਸੱਤਾ ਦੀ ਪੌੜੀ ਚੜ੍ਹਨ ਨੂੰ ਫਿਰਦੇ ਨੇ ਜੀ। ਇਹਦਾ ਜਵਾਬ ਹੈ ਸੁਖਵੀਰ ਸਿੰਘ ਕੋਲੇ ਜੀ। ਇਹਨਾਂ ਨੇ ਉਧਰੋਂ ਬੰਦ ਕਰਾ ਕੇ ਆਪਦੇ ਵਾਲਿਆਂ ਨੂੰ ਰਸਾਈ ਜਾਂਦਾ ਹੈ ਜੀ। ਬਾਹਲਾ ਪਹਿਲਾਂ ਚੱਲਿਆ ਵੀ ਨਾ ਉਹ ਜਿਹੜੀਆਂ ਗਰਾਰੀਆਂ ਫੇਲ ਹੋ ਜਾਂਦੀਆਂ ਨੇ ਜੀ। ਇਹ ਤਾਂ ਹੁਣ ਸੁਖਵੀਰ ਸਿੰਘ ਜਾਣੇ ਵੀ ਉਹ ਪਹਿਲਾਂ ਕਿਉਂ ਲੱਗਿਆ ਪਏਗਾ, ਆਪਾਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਸੋ ਕਿਸਾਨਾਂ ਨੇ ਕਿਹਾ ਕਿ ਦੂਜਿਆਂ ਨੂੰ ਪੁੱਛੋ, ਉਹਨਾਂ ਦੇ ਚੋਣ ਮਨੋਰਥ ਪੱਤਰ ਸਾਹਮਣੇ ਲਿਆਓ ਵੀ ਆਓ ਦੱਸੋ ਤੁਸੀਂ ਇਹਦੇ ਵਿੱਚੋਂ ਕੀ ਕੀਤਾ ਹੈਗਾ। ਸੋ ਜਿਹੜਾ ਉੱਥੇ ਕੱਲ ਮੋਗਾ ਦੇ ਵਿੱਚ ਡਾਂਗ ਚੱਲੀ ਹੈ, ਪੁਲਿਸ ਵੱਲੋਂ ਚਲਾਈ ਗਈ ਹੈ, ਇਹਦਾ ਵੀ ਮੌਜੂਦਾ ਸਰਕਾਰ ਤੇ ਵੀ ਪ੍ਰਭਾਵ ਪੈ ਰਿਹਾ ਹੈ ਜੀ। ਜਿਵੇਂ ਇਹ 3 ਕਾਲੇ ਕਾਨੂੰਨ ਜਿਹੜੇ ਬਣਾਏ ਸੀ ਨਾ, ਇਹ ਜੋਟੀਦਾਰਾਂ ਲਈ, ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਸਨ ਤੇ ਜਿਹੜੇ ਸਾਡੇ ਹੁਕਮਰਾਨ 10 ਸਾਲ ਰਾਜ ਕੀਤਾ ਉਹ ਕਾਰਪੋਰੇਟਾਂ ਤੋਂ ਘੱਟ ਹੈ ਜਾਂ ਜਿਹੜੇ ਹੁਣ ਕਰ ਰਹੇ ਨੇ ਇਹ ਕਾਰਪੋਰੇਟਾਂ ਤੋਂ ਘੱਟ ਹੈ। ਸੋ ਇਹ ਸਾਰਿਆਂ ਨੇ ਕੁਝ ਕਰ ਲੋ, ਇਧਰੋਂ ਚੱਲ ਜਾਓ ਉਧਰੋਂ ਚੱਲ ਜਾਓ, ਕਾਰਪੋਰੇਟਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਬਿਜਲੀ ਦੇ ਸਾਰੇ ਸਮਝੌਤੇ ਰੱਦ ਹੀ ਨਹੀਂ ਹੋ ਸਕਦੇ, ਇਹ 4.5 ਸਾਲ ਬਾਅਦ ਪਤਾ ਲੱਗਿਆ। ਜਦੋਂ ਚੋਣ ਮਨੋਰਥ ਪੱਤਰ ਦੇ ਵਿੱਚ ਪਾਇਆ ਸੀ ਤਾਂ ਫਿਰ ਕਿਹਨੂੰ ਪੁੱਛ ਕੇ ਪਾਇਆ ਸੀ ਜੀ? ਉਦੋਂ ਕਿਹੜੇ ਪਾਧੇ ਨੇ ਮਹੂਰਤ ਕੱਢਿਆ ਸੀ ਕਿ ਆ ਤੁਸੀਂ ਚੋਣ ਮਨੋਰਥ ਪੱਤਰ ਦੇ ਵਿੱਚ ਲਿਖ ਦਿਓ ਜੀ? ਸੋ ਇਹਨਾਂ ਰਾਜਸੀ ਲੋਕਾਂ ਨੇ, ਜੇ ਰਾਜਸੀ ਲੋਕ ਐਡੇ ਚੱਜ ਚਾਰ ਦੇ ਹੁੰਦੇ ਜੀ ਤਾਂ
ਇਹਨਾਂ ਕਿਸਾਨਾਂ ਨੂੰ 9 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠਣ ਦੀ ਜ਼ਰੂਰਤ ਕੀ ਸੀ। ਜੀ ਸੋ ਇਹਨਾਂ ਰਾਜਸੀ ਲੋਕਾਂ ਨੇ ਆਪਣੀਆਂ ਰਾਜਸੀ ਰੋਟੀਆਂ ਸੇਕੀਆਂ ਨੇ। ਠੀਕ ਕਿਹਾ ਰਾਜੇਵਾਲ ਸਾਹਿਬ ਤੇ ਉਗਰਾਹਾਂ ਸਾਹਿਬ ਨੇ ਜੀ ਕਿ ਇੱਕ ਪਾਸੇ ਕਿਸਾਨ ਆਪ ਦੇ ਅਗਲੀ ਲੜਾਈ ਲੜ ਰਿਹਾ ਹੈ, ਇਹਨਾਂ ਨੇ ਕਿਸਾਨਾਂ ਨੂੰ ਵੀ ਵੰਡਣ ਦਾ ਯਤਨ ਕਰਤਾ ਕਿ ਆ ਅਕਾਲੀ ਹੈ, ਆ ਕਾਂਗਰਸੀ ਹੈ, ਆ ਫਲਾਨਾ ਹੈ, ਆ ਢਿਮਕਾ ਹੈ। ਕਿਸਾਨ ਵੀ ਤਾਂ ਇਹਨਾਂ ਪਿੰਡਾਂ 'ਚ ਹੀ ਪੈਦਾ ਹੋਏ ਨੇ, ਕਿਸੇ ਨਾ ਕਿਸੇ ਦਾ। ਦੇਖੋ ਅਸੀਂ ਪਿੰਡਾਂ 'ਚ ਰਹਿੰਦੇ ਆ, ਜਦੋਂ ਇੱਥੇ ਸਿਆਸੀ ਪਾਰਟੀਆਂ ਹੈਗੀਆਂ ਨੇ ਤਾਂ ਸਾਡਾ ਸਾਰਿਆਂ ਦਾ ਹੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਸੰਪਰਕ ਹੈਗਾ। ਇਹ ਕਹਿਣਾ ਕਿ ਇਹ ਤਾਂ ਕਾਂਗਰਸੀ ਸਰਪੰਚ ਕਰਾ ਰਹੇ ਨੇ ਤੇ ਕਾਂਗਰਸੀ ਕਹਿੰਦੇ ਨੇ ਅਕਾਲੀ ਕਰਾ ਰਹੇ ਨੇ, ਤੇ ਤੀਜੇ ਆਪ ਵਾਲੇ ਦੋਨਾਂ ਨੂੰ ਕਹਿ ਜਾਂਦੇ ਨੇ, ਜਾਂ ਅਕਾਲੀ ਕਹਿ ਜਾਂਦੇ ਨੇ ਕਾਂਗਰਸ ਤੇ ਆਪ ਵਾਲੇ ਰਲੇ ਵੇ ਨੇ। ਇਹ ਕੌਣ ਕਿਹਦੇ ਨਾਲ ਰਲਿਆ ਵਾ ਇਹ ਲੋਕਾਂ ਨੂੰ ਹੁਣ ਜਾਣ ਚੁੱਕਿਆ, ਲੋਕਾਂ ਨੂੰ ਪਤਾ ਲੱਗ ਚੁੱਕਿਆ। ਤੁਸੀਂ ਕਿਸਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਸਿਆਸੀ ਰੋਟੀਆਂ ਸੇਕ ਰਹੇ ਹੋ ਇਹ ਨਾ ਸਿੱਖੋ। ਇਹਦੇ ਤਹਿਤ ਜਿਹੜਾ ਕਿਸਾਨ ਅੱਜ ਤੱਕ ਇਹ ਦੱਸਣ ਕਦੋਂ ਇਹ ਕਿਸਾਨਾਂ ਦੇ ਕਿਸੇ ਸੰਘਰਸ਼ ਦੇ ਵਿੱਚ ਗਏ ਨੇ। ਤੁਹਾਨੂੰ ਯਾਦ ਹੈ ਜਦੋਂ ਰੇਲ ਰੋਕੋ ਦਾ ਆਇਆ ਤਾਂ ਅੰਮ੍ਰਿਤਸਰ ਤੋਂ ਚੱਲ ਪਏ ਲੈ ਕੇ ਟਰੈਕਟਰ ਮਾਰਚ। ਕਿਸਾਨਾਂ ਨੇ ਮਾਰਚ ਕਿਹਾ ਵੀ ਚੰਡੀਗੜ੍ਹ ਨੂੰ ਜਾਣਾ ਜਾਂ ਸ਼ੰਭੂ ਬਾਰਡਰ ਨੂੰ ਜਾਣਾ ਹੈ, ਇਹ ਚੰਡੀਗੜ੍ਹ ਨੂੰ ਚੱਲ ਪਏ। ਸੋ ਜਿਹੜਾ ਕੁਝ ਕਰਦੇ ਨੇ ਇਹ ਦਿਲੋਂ ਨਹੀਂ, ਇਹ ਤਾਂ ਆਪਣੀ ਕੁਰਸੀ ਲੈਣ ਜਾਂ ਕੁਰਸੀ ਬਚਾਉਣ ਵਾਸਤੇ ਕਰਦੇ ਨੇ। ਕਿਸਾਨਾਂ ਦੇ ਇਹ ਕੋਈ ਹਮਦਰਦ ਨਹੀਂ ਹੈਗੇ, ਨਾ ਕਿਸਾਨਾਂ ਦੀ ਕੋਈ ਹਮਦਰਦੀ ਰੱਖਦੇ ਆ। ਭਾਵੇਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਹੈ, ਭਾਵੇਂ ਰਾਜਾਂ ਦੀਆਂ ਸਰਕਾਰਾਂ ਨੇ, ਇਹ ਸਭ ਮਿਲ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ, ਜਿਹਦੇ ਤੋਂ ਕਿਸਾਨ ਬਹੁਤ ਦੁਖੀ ਨੇ। ਔਰ ਕਿਸਾਨ ਆਪਦੇ ਭਵਿੱਖ ਦੀ ਲੜਾਈ ਲੜ ਰਿਹਾ ਹੈ, ਉਹਦੇ ਵਿੱਚ ਜੇ ਯੋਗਦਾਨ ਇਹ ਕਹਿੰਦੇ ਪਾ ਦਿਓਗੇ ਤਾਂ ਵਾਹ ਭਲਾ, ਨਹੀਂ ਕਿਸਾਨ ਆਪਦਾ ਇਹਨੂੰ ਕਿਸੇ ਕਿਨਾਰੇ ਲਾ ਕੇ ਹਟਣਗੇ। ਹੁਣ 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਕਿਸਾਨ ਰੈਲੀ ਹੋਣ ਜਾ ਰਹੀ ਹੈ, ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ, ਕਿਸਾਨਾਂ ਦਾ ਸਾਰਾ ਉਹਦੀਆਂ ਵਿਉਂਤਬੰਦੀਆਂ ਤਿਆਰੀਆਂ ਤੇ ਲੱਗਿਆ ਹੋਇਆ ਹੈਗਾ। ਕਿਉਂਕਿ ਅੱਜ ਰਾਤ ਨੂੰ ਹੀ ਕਿਸਾਨਾਂ ਨੇ ਚਾਲੇ ਪਾ ਦੇਣੇ ਆ। ਬਹੁਤ ਸਾਰੇ ਕਿਸਾਨ ਕੱਲ ਦਿਨ 'ਚ ਤੇ ਬਹੁਤ ਸਾਰਿਆਂ ਬਾਰੇ ਖਬਰਾਂ ਆ ਗਈਆਂ ਕਿ ਅੱਜ ਰਾਤ ਤੱਕ ਉੱਥੇ ਪੁੱਜ ਜਾਣਗੇ, ਤਾਂ ਕਿ ਉਹ ਅਗਾਊਂ ਪ੍ਰਬੰਧਾਂ ਨੂੰ ਦੇਖ ਲੈਣ। ਔਰ ਜਿਹੜੇ ਉੱਤਰ ਪ੍ਰਦੇਸ਼ ਦੇ ਸਾਡੇ ਸਤਿਕਾਰਯੋਗ ਕਿਸਾਨ ਆਗੂ ਨੇ, ਕਿਸਾਨ ਲੀਡਰ ਨੇ, ਕਿਸਾਨ ਆਪ ਨੇ, ਖੁਦ ਕਿਸਾਨ ਨੇ ਜਿਹੜੇ, ਉਹ ਦੋਵੇਂ ਹੱਥ ਉਲਾਰ ਕੇ ਆਪਦੇ ਵੱਡੇ ਤੇ ਛੋਟੇ ਭਰਾਵਾਂ ਨੂੰ ਉਡੀਕ ਰਹੇ ਨੇ ਕਿ ਆਓ ਸਾਨੂੰ ਵੀ ਘੱਟੋ ਘੱਟ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ, ਅਸੀਂ ਉਹਦੇ ਵਿੱਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ। ਇਹ ਮਹਾਪੰਚਾਇਤ ਆਪਣੇ ਆਪ ਦੇ ਵਿੱਚ ਬੇਮਿਸਾਲ ਹੋਣੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪੀਕਰ ਨੂੰ ਇੱਕ ਪ੍ਰਸਤਾਵ ਦਿੱਤਾ ਹੈ ਤੇ ਉਹਨਾਂ ਨੇ ਇਹ ਲਿਖਿਆ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜੇ ਕਾਨੂੰਨ ਰੱਦ ਕਰਕੇ ਉਹ ਕਾਨੂੰਨ ਰੱਦ ਕੀਤੇ ਜਾਣ। ਜੀ ਇੱਕ ਗੱਲ ਮੇਰੀ ਵਿੱਚ ਰਹੇਗੀ ਕਿ ਅੱਜ ਜਿਹੜਾ ਨੌਜਵਾਨ ਆਗੂ ਹੈ ਲੱਖਾ ਸਿਧਾਣਾ, ਉਹਨਾਂ ਨੇ ਮੋਗੇ ਦੀ ਅਨਾਜ ਮੰਡੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਕੱਲ੍ਹ ਵਾਲੇ ਲਾਠੀ ਚਾਰਜ ਤੋਂ ਬਾਅਦ ਲੈ ਕੇ। ਕਈ ਅਕਾਲੀ ਕਾਂਗਰਸ ਦੇ ਹੋਰਨਾਂ ਆਗੂਆਂ ਨੂੰ ਜਦੋਂ ਇਹੋ ਜਿਹੇ ਨੌਜਵਾਨ ਅੱਗੇ ਆਉਂਦੇ ਨੇ ਉਹਨਾਂ ਤੋਂ ਕਾਫੀ ਡਰ ਲੱਗਦਾ ਹੈਗਾ। ਭਾਵੇਂ ਲੱਖੇ ਸਿਧਾਣੇ ਦਾ ਪਿਛੋਕੜ ਕੁਝ ਹੋਰ ਸੀ, ਪਰ ਪਿਛਲੇ ਕੁਝ ਸਮੇਂ ਤੋਂ ਲੱਖੇ ਸਿਧਾਣੇ ਨੇ ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਆਪਣਾ ਆਪ ਨੂੰ ਉਭਾਰਿਆ ਹੈ, ਸਮਾਜਿਕ ਗੱਲਾਂ ਲੋਕਾਂ ਦੇ ਨਾਲ ਖੜਦਾ ਹੈਗਾ, ਜਦੋਂ ਨੌਜਵਾਨਤਾ ਇਸ ਪਾਸੇ ਵੱਲ ਚੱਲਦੀ ਆ। ਭਾਵੇਂ ਇਹ ਉਮਰਾਂ ਹੰਢਾ ਚੁੱਕੇ ਲੀਡਰਾਂ ਨੂੰ ਭਾਉਂਦੀਆਂ ਨਹੀਂ ਕਿ ਉਹਨਾਂ ਦੀ ਕੁਰਸੀ ਨੂੰ ਇਹ ਕੱਲ ਦੇ ਨੌਜਵਾਨ ਖੋਹ ਲੈਣ, ਪਰ ਜਦੋਂ ਨੌਜਵਾਨ ਸ਼ਕਤੀ ਕਿਸੇ ਪਾਸੇ ਤੁਰਦੀ ਹੈ, ਇਸ ਵੇਲੇ ਨੌਜਵਾਨਾਂ ਦੀ ਬਹੁਤ ਗਿਣਤੀ ਸ਼ਕਤੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਚੱਲ ਰਹੀ ਹੈ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਹੈ, ਤੁਸੀਂ ਇੱਕ ਸਵਾਲ ਪੁੱਛਿਆ ਕਿ ਅਕਾਲੀ ਦਲ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਤਿੰਨੇ ਕਾਨੂੰਨਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਜਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਨਵੰਬਰ 'ਚ ਆਉਣਾ ਹੈ, ਉਹਦੇ ਉੱਤੇ ਜਿਹੜਾ ਹੈਗਾ ਰੱਦ ਕਰ ਦੇਵੇ। ਅਕਾਲੀ ਦਲ ਨੂੰ ਚੇਤਾ ਬੜੀ ਦੇਰ ਬਾਅਦ ਆਇਆ ਹੈ, ਪਰ ਜੇ ਆਇਆ ਤਾਂ ਠੀਕ ਹੈ। ਜੇ ਚੇਤਾ ਆਇਆ ਜਦੋਂ 5 ਜੂਨ ਨੂੰ ਆਰਡੀਨੈਂਸ ਬਣੇ ਸੀ, ਆ ਚੇਤਾ ਉਦੋਂ ਹੀ ਕਰ ਲੈਂਦੇ, ਉਦੋਂ ਤਾਂ ਨਾਲ ਖੜੇ ਸੀ। ਉਹ ਤਾਂ ਇਹ ਕਹਿੰਦੇ ਸੀ ਇਹ ਕਾਨੂੰਨ ਕਿਸਾਨਾਂ ਨੂੰ ਸਮਝ ਹੀ ਨਹੀਂ ਆਉਂਦੇ, ਮੋਦੀ ਸਾਹਿਬ ਨੇ ਕਾਇਆ ਕਲਪ ਕਰਤੀ। ਆਹ ਦੇਖੋ ਜੀ, ਮੋਦੀ ਦਾ ਤੋਮਰ ਦਾ ਲੈਟਰ ਆ ਗਿਆ, ਕੋਈ ਮੰਡੀ ਖਤਮ ਨਹੀਂ ਹੋਣੀ, ਕੋਈ MSP ਨਹੀਂ ਘਟਣੀ। ਉਧਰੋਂ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲਲਕਾਰ ਕੇ ਕਹਿੰਦਾ ਹੈ ਕਿ ਮੈਂ 10 MSPਆਂ ਦਿੰਦਾ 10 ਫਸਲਾਂ ਤੇ, ਤੁਸੀਂ ਦੱਸੋ ਕਿੰਨਿਆਂ ਤੇ ਦਿੰਦੇ ਹੋ। ਕੋਈ ਜਵਾਬ ਹੈ ਇਹਨਾਂ ਕੋਲ ਮੌਜੂਦਾ ਸਰਕਾਰ ਕੋਲੇ? ਪਰ ਜਿਹੜਾ ਇਹ ਗੱਲ
ਮੰਗ ਰੱਖੀ ਗਈ ਆ ਕਿ ਕੇਂਦਰ ਸਰਕਾਰ ਕੋਲੇ ਇਹਦੀ ਡਰਾਮੇਬਾਜ਼ੀ ਨਾ ਇੱਥੇ ਕਰੋ। ਜੀ ਜੇ ਤੁਸੀਂ ਕਿਸਾਨਾਂ ਪ੍ਰਤੀ ਸਿੰਸੀਅਰ ਹੋ, ਕਿਸਾਨ ਆਪਦੀ ਲੜਾਈ ਲੜਦੇ ਆ, ਲੜੀ ਜਾਣ ਦਿਓ। ਪੰਜਾਬ ਦੇ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਮੁੱਖ ਮੰਤਰੀ ਨੂੰ ਕਹੋ ਬੁਲਾਵੇ, ਸਾਰੇ ਇਕੱਠੇ ਹੋ ਕੇ ਜਾਓ ਪ੍ਰਧਾਨ ਮੰਤਰੀ ਦੇ ਕੋਲ ਕਿ ਜਿਸ ਗੁਰੂ ਤੇਗ ਬਹਾਦਰ ਕਾਰਨ ਅੱਜ ਭਾਰਤ ਦਾ ਆਹ ਨਕਸ਼ਾ, ਭਾਰਤ ਦੀਆਂ ਆਹ ਰੀਤਾਂ ਹੈਗੀਆਂ ਨੇ, ਇਹ ਹੋਣੀਆਂ ਨਹੀਂ ਸੀ ਜੇ ਗੁਰੂ ਸਾਹਿਬ ਕੁਰਬਾਨੀ ਨਾ ਦਿੰਦੇ। ਤੁਸੀਂ ਉਹਨਾਂ ਦਾ ਕੁਰਬਾਨੀ ਵਾਲਾ ਦਿਨ ਜਿਹੜਾ 25 ਨਵੰਬਰ ਆਉਂਦਾ ਹੈ, ਪਿਛਲੀ ਵਾਰੀ ਵੀ ਨਰਿੰਦਰ ਮੋਦੀ ਬਿਨਾਂ ਦੱਸਿਆ ਗੁਰਦੁਆਰਾ ਰਕਾਬਗੰਜ ਦੇ ਵਿੱਚ ਗਏ ਸਨ। ਚੰਗਾ ਹੁੰਦਾ ਜੇ ਉਦੋਂ ਇਹ ਅਨਾਉਂਸ ਕਰਿਆ ਹੁੰਦੇ ਕਿ ਇਹ ਕਾਨੂੰਨ ਰੱਦ ਨਵੇਂ ਸਿਰੇ ਤੋਂ ਬਣਾਵਾਂਗੇ। ਤੁਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਖਾਤਰ ਡਰਾਮੇਬਾਜ਼ੀਆਂ ਦੀ ਥਾਂ ਦੇ ਉੱਤੇ ਮੰਗ ਕਰੋ ਤੇ ਸਰਬ ਪਾਰਟੀ ਮੀਟਿੰਗ ਪੰਜਾਬ ਦੇ ਵਿੱਚ ਬੁਲਾਓ ਔਰ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲੇ ਜਾਓ ਕਿ ਆਹ ਕਾਨੂੰਨ ਰੱਦ ਕਰੋ। ਜਿੱਥੇ ਜਿੱਥੇ ਹੋਰਨਾਂ ਪਾਰਟੀਆਂ ਦੀਆਂ, ਭਾਜਪਾ ਨੂੰ ਛੱਡ ਕੇ ਸਰਕਾਰਾਂ ਨੇ, ਭਾਵੇਂ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਤਾਂ ਕੋਈ ਗੱਲ ਹੈਗੀ ਹੈ। ਇੱਥੇ ਕਹਿਣਾ ਨਾਲ ਕੁਝ ਨਹੀਂ ਬਣਦਾ ਹੈਗਾ। ਸਾਡੇ ਰਾਜਸੀ ਆਗੂ ਸਿੰਸੀਅਰ ਹੋ ਜਾਣ। ਮੈਨੂੰ ਯਾਦ ਆਉਂਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਗੱਲ, ਉਹ ਕਹਿੰਦੇ ਹੁੰਦੇ ਸੀ, ਉਹ ਅਕਾਲੀ ਆਗੂਓ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ, ਇੱਕ ਦੂਜੇ ਤੋਂ ਉਲਟ ਨਾ ਜਾਓ, ਇੱਕ ਅਖੰਡ ਪਾਠ ਸਾਹਿਬ ਇੱਥੇ ਬਹਿ ਕੇ ਕਰਾ ਦਿਓ ਸਾਂਝੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ, ਇੰਦਰਾ ਸਾਰੀਆਂ ਮੰਗਾਂ ਇੱਥੇ ਮੰਨ ਕੇ ਜਾਊਗੀ ਆ ਕੇ। ਨਾ ਉਦੋਂ ਇਹ ਇਕੱਠੇ ਹੋਏ, ਨਾ ਹੁਣ ਇਕੱਠੇ ਹੋਣੇ ਹੈ। ਸੋ ਮੇਰਾ ਸੁਝਾਅ ਇਹ ਹੈ ਅਕਾਲੀ ਦਲ ਦੇ ਆਗੂਆਂ ਨੇ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ, ਉਹਨਾਂ ਦਾ ਇਸ ਗੱਲ ਤੇ ਧੰਨਵਾਦ ਵੀ, ਉਹਨਾਂ ਨੇ ਗੱਲ ਉਠਾਈ ਹੈ। ਲੇਕਿਨ ਜੇ ਤੁਸੀਂ ਸੱਚੇ ਦਿਲ ਚੋਂ ਇਹ ਗੱਲ ਚਾਹੁੰਦੇ ਹੋ ਤਾਂ ਮੁੱਖ ਮੰਤਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਕੋਲ ਸਾਰੇ ਇਕੱਠੇ ਹੋ ਕੇ ਜਾਓ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ, ਤਾਂ ਉਹਨਾਂ ਦੀ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਹੈ। ਭੰਗੂ ਇਹ ਮੈਡੀਕਲ ਆਧਾਰ ਦੇ ਉੱਤੇ ਉਹਨੇ ਜਿਹੜਾ ਸੱਜਣ ਕੁਮਾਰ ਆ ਉਹਨੇ ਜ਼ਮਾਨਤ ਮੰਗੀ ਸੀ। ਪਹਿਲਾਂ ਵੀ ਉਹਦਾ ਇਲਾਜ ਚੱਲਦਾ, ਉਹ ਕਹਿੰਦਾ ਬੇਹੋਸ਼ ਹੋ ਕੇ ਡਿੱਗ ਪਿਆ, 3 ਸਾਲ ਉਹਨੂੰ ਹੋ ਗਏ ਜਿਹੜੀ ਪਲੀ ਪਾਈ ਗਈ। ਉਹਦਾ ਮੈਦਾਂਤਾ ਦੇ ਵਿੱਚ ਇਲਾਜ ਹੋਇਆ, ਉਹਦਾ ਸਫਦਰਜੰਗ ਹਸਪਤਾਲ ਦੇ ਵਿੱਚ ਇਲਾਜ ਹੋਇਆ। ਉਹ ਕਹਿੰਦਾ ਵੀ ਮੈਂ ਮੈਦਾਂਤਾ ਜਾਣਾ, ਪਰ ਫੂਲਕਾ ਸਾਹਿਬ ਜਿਹੜੇ HS ਫੂਲਕਾ ਇਹ ਸਿੱਖਾਂ ਵੱਲੋਂ ਇਹਨੂੰ ਕੇਸ ਲੜਦੇ ਆ, ਉਹਨਾਂ ਨੇ ਆਖਿਆ ਮਾਨਯੋਗ ਅਦਾਲਤ ਨੇ ਇਹਦੀ ਆਗਿਆ ਨਹੀਂ ਦਿੱਤੀ ਕਿ ਤੈਨੂੰ ਬਹੁਤ ਗੰਭੀਰ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਹੈ। ਜੇ ਕੋਈ ਰਾਏ ਲੈਣੀ ਹੈ ਅੱਜ ਕੱਲ੍ਹ ਵਰਚੁਅਲ ਰਾਏ ਲਈ ਜਾ ਸਕਦੀ ਹੈ। ਸਫਦਰਜੰਗ ਹਸਪਤਾਲ ਦੇ ਵਿੱਚ ਜੇ ਤੇਰੇ ਡਾਕਟਰ ਨੇ ਕਿਸੇ ਮੈਦਾਂਤਾ ਦੇ ਹਸਪਤਾਲ ਦੇ ਨਾਲ ਸਲਾਹ ਮਸ਼ਵਰਾ ਲੈਣਾ ਤਾਂ ਉਹ ਵਰਚੁਅਲ ਤੌਰ ਤੇ ਲਵੇ। ਇਸ ਆਧਾਰ ਦੇ ਉੱਤੇ ਤੈਨੂੰ ਜਿਹੜੀ ਆ ਉਹ ਜਿਹੜੀ ਹੈਗੀ ਜ਼ਮਾਨਤ ਹੈ ਉਹ ਦਿੱਤੀ ਨਹੀਂ ਜਾ ਸਕਦੀ। ਉਹ ਸਜ਼ਾ ਭੁਗਤ ਰਿਹਾ ਹੈ। 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਦੰਗਾ ਦੁੰਗਾ ਕੋਈ ਨਹੀਂ ਸੀ। ਇੱਕ ਪਾਸੇ ਲੋਕ ਨਾ ਹੱਥੇ ਸੀ ਤੇ ਦੂਜੇ ਪਾਸੇ ਜਿਹੜੀਆਂ ਧਾੜਾਂ ਸੀਗੀਆਂ ਉਹਨਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਵੀ ਸਾੜੇ। ਬਹੁਤ ਉਹ ਸੀਨ ਦੇਖ ਕੇ ਬਹੁਤ ਹਿਰਦੇ ਬਰੁੰਦਰੇ ਜਾਂਦੇ ਨੇ। ਉਹ ਬਹੁਤ ਵੱਡਾ ਇਹਦੇ ਵਾਸਤੇ ਵੀ ਫਿਰ ਤੁਸੀਂ ਕਹੋਗੇ ਕਿ ਮੈਨੂੰ ਕਹਿਣਾ ਪੈ ਰਿਹਾ ਹੈਗਾ ਕਿ ਸਾਡੇ ਮਾਨਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1996 'ਚ ਨਾਅਰਾ ਦਿੱਤਾ ਸੀ ਸਾਨੂੰ ਸੱਤਾ 'ਚ ਲੈ ਆਓ, ਕਿਉਂਕਿ 85 'ਚ ਤਾਂ ਉਹ ਆਏ ਨਹੀਂ, ਬਰਨਾਲਾ ਸਾਹਿਬ ਸੀ, ਤਾਂ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਇਸ ਅੱਤਵਾਦ ਦਾ ਜਿਹੜਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵੇਗਾ। 3 ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਗਏ ਤੇ ਉਹ ਕਮਿਸ਼ਨ ਅਜੇ ਤੱਕ ਨਹੀਂ ਬਣਿਆ। ਚੌਥੀ ਵਾਰ ਤਿਆਰੀ ਖਿੱਚੀ ਫਿਰਦੇ ਆ ਬੈਠਣ ਦੀ, ਉਹ ਕਮਿਸ਼ਨ ਨਹੀਂ ਬਣਿਆ ਕਿਉਂਕਿ ਇੱਕ ਉਂਗਲ ਜਦੋਂ ਦੂਜੇ ਪਾਸੇ ਨੂੰ ਕਰਦੇ ਆ ਤਾਂ ਆਪਦੇ ਵਾਲੇ ਪਾਸੇ ਵੀ ਹੈ, ਜਿਹਦੇ ਕਰਕੇ ਇਹ ਕਮਿਸ਼ਨ ਜਾਂ ਕਮੇਟੀ ਦਾ ਮਤਲਬ ਹੁੰਦਾ ਕੰਮ ਮਿੱਟੀ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਪੰਜਾਬ ਦੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ ਹੈ। ਤੇ ਚਰਚਾ ਦੇ ਵਿੱਚ ਹੁਣ ਦੇਖਣ ਵਾਲਾ ਇਹੀ ਹੈਗਾ ਕਿ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਦਾ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਇਹਦੇ 'ਤੇ ਕੇਂਦਰ ਸਰਕਾਰ ਜਿਹੜੀ ਖੇਤੀ ਕਾਨੂੰਨ ਰੱਦ ਕਰੇ। ਹੁਣ ਦੇਖਣਾ ਇਹ ਹੋਊਗਾ ਕਿ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਕਰਦੀ ਹੈ ਜਾਂ ਫਿਰ ਨਹੀਂ। ਜਲਦੀ ਹੀ ਕੋਈ ਹੋਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ।
ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।